भारतीय किसान यूनियन एकता अग्रवाल जिंदाबाद जिंदाबाद। मोदी सरकार मुर्दाबाद मुर्दाबाद मुर्दाबाद। नसरत करा के ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ 3 ਬਿੱਲ ਪਾਸ ਕਰਨ ਤੋਂ ਬਾਅਦ ਸਾਰਾ ਪੰਜਾਬ ਹੀ ਜਿਵੇਂ ਵਿਰੋਧ ਦੀ ਭਾਵਨਾ ਵਿੱਚ ਸੜਕਾਂ ਤੇ ਆ ਗਿਆ। ਅੱਜ ਦੇ ਇਹਨਾਂ ਵਿਰੋਧ ਦੇ ਮੁਜ਼ਾਹਰਿਆਂ ਵਿੱਚ ਵਿਦਰੋਹ ਭਰੇ ਗੀਤ ਇੱਕ ਖਾਸ ਭੂਮਿਕਾ ਨਿਭਾ ਰਹੇ ਹਨ। ਇਸ ਤਰ੍ਹਾਂ ਨਹੀਂ ਹੈ ਕਿ ਕਿਸਾਨੀ ਨਾਲ ਸੰਬੰਧਿਤ ਵਿਦਰੋਹ ਵਾਲੇ ਗੀਤ ਸਿਰਫ ਮੌਜੂਦਾ ਹਾਲਾਤਾਂ ਤੋਂ ਬਾਅਦ ਹੀ ਪੈਦਾ ਹੋਏ ਹਨ। ਇਹਨਾਂ ਗੀਤਾਂ ਦਾ ਆਪਣਾ ਇੱਕ ਇਤਿਹਾਸ ਹੈ। ਕਿਸਾਨੀ ਨਾਲ ਸੰਬੰਧਿਤ ਵਿਦਰੋਹ ਵਾਲੇ ਗੀਤ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਇਹਨਾਂ ਗੀਤਾਂ ਦੇ ਇਤਿਹਾਸ ਨੂੰ ਜਾਣਨ ਲਈ ਅਸੀਂ ਗੱਲ ਕਰਦੇ ਹਾਂ ਪ੍ਰੋਫੈਸਰ ਜਸਵੀਰ ਸਿੰਘ ਨਾਲ। ਪ੍ਰੋਫੈਸਰ ਜਸਵੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਤਿਹਾਸ ਦੇ ਪ੍ਰੋਫੈਸਰ ਹਨ ਅਤੇ ਉਹ ਆਜ਼ਾਦੀ ਤੋਂ ਪਹਿਲਾਂ ਲਿਖੇ ਸਾਹਿਤ ਦੇ ਵਿਦਵਾਨ ਵੀ ਹਨ। ਵਿਦਰੋਹ, ਰੈਜ਼ਿਸਟੈਂਸ ਜਾਂ ਨਾਬਰੀ ਇਹ ਮਨੁੱਖੀ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ। ਔਰ ਜੇ ਮੈਂ ਕਹਾਂ ਕਿ ਵਿਦਰੋਹ ਔਰ ਨਾਬਰੀ ਜਾਂ ਰੈਜ਼ਿਸਟੈਂਸ ਤੋਂ ਬਿਨਾਂ ਇਤਿਹਾਸ ਦੇ ਵਿੱਚ ਕੋਈ ਜਾਂ ਹਿਸਟਰੀ ਦੇ ਵਿੱਚ ਕੋਈ ਫਲੋ ਨਹੀਂ ਹੁੰਦਾ, ਪ੍ਰਵਾਹ ਨਹੀਂ ਹੁੰਦਾ, ਤੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਬੇਸਿਕਲੀ ਇਤਿਹਾਸ ਹੈ ਹੀ ਰੈਜ਼ਿਸਟੈਂਸ ਦਾ ਇੱਕ ਕਿਸਮ ਦਾ ਜਿਹੜਾ ਹੈ ਬਿਰਤਾਂਤ ਬਣਦਾ, ਜਿਹਦੇ ਵਿੱਚ ਖਾਸ ਤੌਰ 'ਤੇ ਜਿਹੜੀਆਂ ਲੋਕ ਤਾਕਤਾਂ ਨੇ ਉਹ ਜਦੋਂ ਸਥਾਪਤੀ ਦੇ ਖਿਲਾਫ, ਐਸਟੈਬਲਿਸ਼ਮੈਂਟ ਦੇ ਖਿਲਾਫ ਲੜਦੀਆਂ ਨੇ, ਅਤੇ ਉਹ ਸਾਨੂੰ ਇੱਕ ਇਤਿਹਾਸ ਦੇ ਰੂਪ ਦੇ ਵਿੱਚ ਉਹ ਫਲੋ ਸਾਨੂੰ ਜਿਹੜਾ ਉਹ ਨਜ਼ਰ ਆਉਂਦਾ। ਦੂਜੀ ਗੱਲ ਹੈ ਕਿ ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ, ਮੈਂ ਕਿਉਂਕਿ ਬੇਸਿਕਲੀ ਇਤਿਹਾਸ ਦਾ ਜਿਹੜਾ ਪ੍ਰੈਕਟੀਸ਼ਨਰ ਆ ਜਾਂ ਇਤਿਹਾਸ ਦਾ ਵਿਦਿਆਰਥੀ ਹਾਂ, ਅਤੇ ਮੈਂ ਜਦੋਂ ਸਾਹਿਤ ਨੂੰ ਦੇਖਦਾ ਤਾਂ ਸਾਹਿਤ ਬੇਸਿਕਲੀ 2 ਤਰੀਕੇ ਦੇ ਨਾਲ ਸਾਹਮਣੇ ਆਉਂਦਾ। ਇੱਕ ਹੈ ਕਿ ਕਿਸੇ ਵੱਡੇ ਇਤਿਹਾਸਿਕ ਵਰਤਾਰੇ ਦੇ ਰਿਜ਼ਲਟ ਦੇ ਰੂਪ ਦੇ ਵਿੱਚ, ਅਤੇ ਜਾਂ ਦੂਜੇ ਤਰੀਕੇ ਦੇ ਨਾਲ ਇਹਨੂੰ ਐਂ ਵੀ ਦੇਖਿਆ ਜਾਂਦਾ ਵੀ ਸਾਹਿਤ ਵੀ ਕੋਈ ਵੱਡਾ ਇਤਿਹਾਸਕ ਵਰਤਾਰਾ ਜਿਹੜਾ ਹੈ ਉਹਦੇ ਬਣਨ ਦੇ ਵਿੱਚ ਰੋਲ ਅਦਾ ਕਰਦਾ। ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਕ੍ਰਾਂਤੀ ਆਉਂਦੀ ਹੈ ਜਾਂ ਕੋਈ ਵੱਡੀ ਘਟਨਾ ਵਾਪਰਦੀ ਤਾਂ ਉਹਦੇ ਬਾਰੇ ਬਹੁਤ ਜ਼ਿਆਦਾ ਸਾਹਿਤ ਲਿਖਿਆ ਜਾਂਦਾ, ਬਹੁਤ ਸਾਰਾ ਲਿਟਰੇਚਰ ਪੋਇਟਰੀ ਦੀ ਫਾਰਮ ਦੇ ਵਿੱਚ, ਫਿਕਸ਼ਨ ਦੀ ਫਾਰਮ ਦੇ ਵਿੱਚ, ਪ੍ਰੋਜ਼ ਦੀ ਫਾਰਮ ਦੇ ਵਿੱਚ ਉਹ ਜਿਹੜਾ ਲਿਖਿਆ ਜਾਂਦਾ। ਜਾਂ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਇੱਕ ਖਾਸ ਕਿਸਮ ਦਾ ਜਦੋਂ ਲਿਟਰੇਚਰ ਲਿਖਿਆ ਜਾਂਦਾ ਤਾਂ ਉਹ ਇੱਕ ਖਾਸ ਕਿਸਮ ਦੀ ਕਿਸੇ ਕ੍ਰਾਂਤੀ ਜਾਂ ਵੱਡੇ ਵਰਤਾਰੇ ਨੂੰ ਹੋਂਦ ਵਿੱਚ ਲੈ ਕੇ ਆਉਂਦਾ। ਹੁਣ ਜਦੋਂ ਆਪਾਂ ਪਗੜੀ ਸੰਭਾਲ ਜੱਟਾ ਲਹਿਰ ਨੂੰ ਦੇਖਦੇ ਹਾਂ, ਬੇਸਿਕਲੀ ਇਹਨੂੰ ਅਗਰੇਰੀਅਨ ਐਜੀਟੇਸ਼ਨ ਕਿਹਾ ਜਾਂਦਾ ਹੈ। ਕਿਸਾਨੀ ਅੰਦੋਲਨ 1907 ਦੇ ਵਿੱਚ ਇਹ ਆਉਂਦਾ ਹੈ, ਤੋ ਇਹ ਬਾਅਦ ਵਿੱਚ ਫਿਰ ਅਸੀਂ ਇਹਨੂੰ ਪਾਪੂਲਰਲੀ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ ਜਾਂ ਪਗੜੀ ਸੰਭਾਲ ਜੱਟਾ ਮੂਵਮੈਂਟ ਦੇ ਨਾਂ ਦੇ ਨਾਲ ਉਹ ਜਾਣਦੇ ਹਾਂ। ਇਹਨੂੰ ਸਮਝਣ ਦੇ ਲਈ ਥੋੜ੍ਹਾ ਜਿਹਾ ਸਾਨੂੰ ਕਲੋਨੀਅਲ ਇਕਨੋਮਿਕ ਪਾਲਿਸੀ ਜਾਂ ਅਗਰੇਰੀਅਨ ਪਾਲਿਸੀ ਨੂੰ ਸਮਝਣਾ ਪਏਗਾ ਕਿ ਪੰਜਾਬ ਦੇ ਉੱਪਰ ਕਾਬਜ਼ ਹੋਣ ਤੋਂ ਬਾਅਦ 1849 ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਇੱਕ ਖਾਸ ਕਿਸਮ ਦੀ ਜਿਹੜੀ ਨੀਤੀ ਲਾਗੂ ਕੀਤੀ। ਉਹ ਨੀਤੀ ਪਹਿਲਾਂ ਤਾਂ ਇਹ ਸੀ ਕਿ ਇੱਥੋਂ ਦੇ ਲੋਕਾਂ ਨੂੰ ਨਿਹੱਥੇ ਕੀਤਾ ਜਾਵੇ, ਔਰ ਨਿਹੱਥੇ ਜਿਹੜੀ ਡਿਸਆਰਮਾਮੈਂਟ ਹੈ ਉਹ ਸਿਰਫ ਹਥਿਆਰਾਂ ਦੀ ਨਹੀਂ ਸੀ ਕੀਤੀ, ਉਹ ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਨਿਹੱਥਾ ਕੀਤਾ ਗਿਆ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਚੱਲਿਆ ਆ ਰਿਹਾ ਜਾਂ ਉਸ ਤੋਂ ਪਹਿਲਾਂ ਦਾ ਚੱਲਿਆ ਆ ਰਿਹਾ ਜਿਹੜਾ ਇੱਕ ਵਿਦਿਅਕ ਢਾਂਚਾ ਸੀ ਉਹਨੂੰ ਤੋੜਿਆ ਗਿਆ। ਲੋਕਾਂ ਨੂੰ ਉਸ ਢਾਂਚੇ ਨਾਲੋਂ ਤੋੜ ਕੇ ਪੱਛਮੀ ਵਿੱਦਿਆ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਔਰ ਲੋਕਾਂ ਨੂੰ ਗੁਲਾਮ ਜਿਹੜਾ ਨਾ ਕਿ ਸਿਰਫ ਪੋਲੀਟੀਕਲ ਤੌਰ 'ਤੇ, ਮਾਨਸਿਕ ਤੌਰ 'ਤੇ ਵੀ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2 ਵੱਡੀਆਂ ਚੀਜ਼ਾਂ ਜਿਹੜੀਆਂ ਨੇ ਅੰਗਰੇਜ਼ ਲਾਗੂ ਕਰਦੇ ਨੇ। ਪਹਿਲੀ ਚੀਜ਼ ਕਿ ਜਿਨ੍ਹਾਂ ਨੂੰ ਐਗਰੀਕਲਚਰਲ ਡਿਵੈਲਪਮੈਂਟ ਮਾਡਲ ਅਸੀਂ ਕਹਿੰਦੇ ਹਾਂ, ਸੋ ਕਾਲਡ ਐਗਰੀਕਲਚਰਲ ਡਿਵੈਲਪਮੈਂਟ ਮਾਡਲ ਹੈ, ਜਿਹਦੇ ਵਿੱਚ ਉਹ ਖੇਤੀ ਨੂੰ ਵਿਕਸਿਤ ਕਰਨ ਦੀ ਗੱਲ ਕਰਦੇ ਨੇ, ਨਵੇਂ ਇਲਾਕੇ ਵਸਾਉਂਦੇ ਨੇ। ਔਰ ਦੂਜੀ ਜਿਹੜੀ ਵੱਡੀ ਚੀਜ਼ ਹੈ ਕਿ 1849 ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਫੌਜ ਦੇ ਵਿੱਚੋਂ ਕੱਢਦੇ ਨੇ, ਡੀਮੋਬਲਾਈਜੇਸ਼ਨ ਕੀਤੀ ਜਾਂਦੀ ਹੈ। ਔਰ ਜਦੋਂ ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦੀ ਉਦੋਂ ਤੱਕ ਆਉਂਦੇ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਪੰਜਾਬ ਦੇ ਵਿੱਚੋਂ ਵੱਡੇ ਪੱਧਰ 'ਤੇ ਫੌਜੀ ਭਰਤੀ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਹੈ। ਹੁਣ ਇਹ ਜਿਹੜਾ ਪਹਿਲਾ ਪਾਰਟ ਹੈ ਖੇਤੀ ਨਾਲ ਜਿਹੜਾ ਸੰਬੰਧਿਤ, ਇਹ 1907 ਦਾ ਅਗਰੇਰੀਅਨ ਐਜੀਟੇਸ਼ਨ ਜਾਂ ਪਗੜੀ ਸੰਭਾਲ ਜੱਟਾ ਉਹਦੇ ਨਾਲ ਸੰਬੰਧਿਤ ਹੈ। ਕੀਤਾ ਕੀ ਗਿਆ ਕਿ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਕਿਸਾਨੀ ਦੀ ਪਾਪੂਲੇਸ਼ਨ ਸੀ, ਜੱਟਾਂ ਦੀ ਜਿਹੜੀ ਪਾਪੂਲੇਸ਼ਨ ਸੀ, ਉਹਨੂੰ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਲਿਜਾ ਕੇ ਜਿਹੜਾ ਬਹੁਤ ਸਾਰਾ ਇਲਾਕਾ ਅਨਇਰੀਗੇਟਡ ਅਤੇ ਅਨਕਲਟੀਵੇਟਡ ਲੈਂਡ ਉੱਥੇ ਪਈ ਹੋਈ ਸੀ, ਉੱਥੇ ਨਹਿਰਾਂ ਦੇ ਰਾਹੀਂ ਨਵੇਂ ਇਲਾਕੇ ਵਸਾ ਕੇ ਉਸ ਪਾਪੂਲੇਸ਼ਨ ਨੂੰ ਉੱਥੇ ਲਿਜਾਇਆ ਗਿਆ। ਔਰ ਜਿੱਦਾਂ ਇਹ ਕਿਉਂਕਿ ਮੌਜੂਦਾ ਸੰਦਰਭ ਵੀ ਉਸੇ ਤਰੀਕੇ ਦੇ ਨਾਲ ਬਣਦਾ ਹੈ ਕਿ ਜਿੱਥੇ ਸਰਕਾਰਾਂ ਕਿਸਾਨ ਨੂੰ ਇਹ ਲਲਚਾ ਦੇ ਰਹੀਆਂ ਨੇ ਕਿ ਨਵੀਂ ਜਿਹੜੀ ਨੀਤੀ ਹੈ, ਨਵੇਂ ਰਿਫਾਰਮਸ ਨੇ, ਉਹਨਾਂ ਦੇ ਨਾਲ ਖੇਤੀ ਦਾ ਕਿਵੇਂ ਵਿਕਾਸ ਹੋਏਗਾ, ਕਿਸਾਨ ਕਿੱਦਾਂ ਖੁਸ਼ਹਾਲ ਹੋਏਗਾ। ਤਕਰੀਬਨ ਅੰਗਰੇਜ਼ ਵੀ ਇਸੇ ਮਾਡਲ ਦੇ ਉੱਪਰ ਕੰਮ ਕਰਦੇ ਔਰ ਕਿਸਾਨਾਂ ਨੂੰ
ਲਾਲਚ ਦੇ ਕੇ ਉਹਨਾਂ ਬੇਆਬਾਦ ਇਲਾਕਿਆਂ ਦੇ ਵਿੱਚ ਜਾ ਕੇ ਵਸਾਉਂਦੇ ਨੇ। ਔਰ ਜਦੋਂ ਉਹਨਾਂ ਬੇਆਬਾਦ ਇਲਾਕਿਆਂ ਦੇ ਵਿੱਚ ਜਾ ਕੇ ਕਿਸਾਨ ਨੂੰ ਵਸਾਉਂਦੇ ਨੇ, ਕਿਸਾਨ ਉਸ ਜ਼ਮੀਨ ਨੂੰ ਜਿਹੜਾ ਹੈ ਖੁਸ਼ਹਾਲ ਬਣਾਉਂਦਾ, ਉਸ ਤੋਂ ਬਾਅਦ ਫਿਰ ਲਗਾਤਾਰ ਉੱਥੇ ਇਸ ਕਿਸਮ ਦੇ ਕਾਨੂੰਨ ਲਿਆਂਦੇ ਜਾਂਦੇ ਨੇ ਜਿੰਦੇ ਨਾਲ ਕਿਸਾਨ ਦੀ ਹਾਲਤ ਬਹੁਤ ਪਤਲੀ ਹੋ ਜਾਂਦੀ ਹੈ। ਜਿੱਦਾਂ ਉਹਨੂੰ ਰੁੱਖ ਕੱਟਣ ਦੀ ਆਜ਼ਾਦੀ ਨਹੀਂ, ਉਹਨੂੰ ਅੰਗਰੇਜ਼ਾਂ ਦੀ ਇਜਾਜ਼ਤ ਤੋਂ ਬਗੈਰ ਜਿਹੜਾ ਉਸ ਜ਼ਮੀਨ ਨੂੰ ਵੇਚਣ ਦੀ ਖਰੀਦੋ ਫਰੋਖਤ ਦੀ ਆਜ਼ਾਦੀ ਨਹੀਂ, ਫਿਰ ਅੱਗੇ ਆਪਣੀ ਔਲਾਦ ਨੂੰ ਟਰਾਂਸਫਰ ਕਰਨ ਦੇ ਵਿੱਚ ਕਈ ਜਿਹੜੀਆਂ ਟੈਕਨੀਕਲ ਜਿਹੜੀਆਂ ਨੇ ਬੰਦਿਸ਼ਾਂ ਨੇ। ਪਹਿਲਾਂ ਜਿਹੜਾ ਸੀ ਜਿਹੜਾ ਵਾਟਰ ਟੈਕਸ ਸੀਗਾ ਜਾਂ ਪਾਣੀ ਸੀ, ਨਹਿਰੀ ਪਾਣੀ ਸੀ, ਉਹ ਫ੍ਰੀ ਸੀ, ਫਿਰ ਉਹਦੇ ਉੱਪਰ ਟੈਕਸ ਜਿਹੜਾ ਲਗਾ ਦਿੱਤਾ ਜਾਂਦਾ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਹੁਣ ਵੀ ਜੇ ਆਪਾਂ ਦੇਖੀਏ ਕਿ ਪੰਜਾਬ ਦੇ ਜਿਹੜਾ ਹੈ ਕਿਸਾਨ ਨੂੰ ਹਰੀ ਕ੍ਰਾਂਤੀ ਦੀ ਜ਼ਰੂਰਤ ਨਹੀਂ ਸੀ, ਪਰ ਹਰੀ ਕ੍ਰਾਂਤੀ ਪੰਜਾਬ ਦੇ ਕਿਸਾਨ ਨੇ ਲਿਆਂਦੀ। ਕਾਹਦੇ ਲਈ ਲਿਆਂਦੀ? ਮੁਲਕ ਦੇ ਲਈ ਲਿਆਂਦੀ, ਹਿੰਦੁਸਤਾਨ ਦੇ ਅੰਨ ਭੰਡਾਰ ਨੂੰ ਪੂਰਨ ਕਰਨ ਦੇ ਲਈ ਲਿਆਂਦੀ। ਇਸੇ ਤਰੀਕੇ ਦੇ ਨਾਲ ਉੱਥੇ ਵੀ ਜਿਹੜਾ ਕਿਸਾਨ ਹੈ ਉਹ ਉਸ ਇਲਾਕੇ ਨੂੰ ਜਾ ਕੇ ਵਸਾਉਂਦਾ ਹੈ। ਜਦੋਂ ਵਸਾ ਲੈਂਦਾ ਤੇ ਉੱਥੇ ਇਸ ਕਿਸਮ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਕਿ ਅੰਗਰੇਜ਼ੀ ਇੰਡਸਟਰੀ ਨੂੰ ਸੂਟ ਕਰਦੀਆਂ ਹੋਣ, ਅੰਗਰੇਜ਼ੀ ਹਕੂਮਤ ਨੂੰ ਸੂਟ ਕਰਦੀਆਂ ਹੋਣ, ਉਹ ਨੀਤੀਆਂ ਜਦੋਂ ਲਾਗੂ ਹੁੰਦੀਆਂ ਨੇ ਤੇ ਫਿਰ ਉੱਥੇ ਲਾਇਲਪੁਰ ਇਸ ਮੂਵਮੈਂਟ ਦਾ ਕੇਂਦਰ ਬਣਦਾ। ਔਰ ਉਸ ਕੇਂਦਰ ਦੇ ਜਿਹੜਾ ਵਿੱਚ ਹੈ ਲਾਇਲਪੁਰ ਦੇ ਵਿੱਚ ਇਹ ਬੜਾ ਵੱਡਾ ਅੰਦੋਲਨ, ਜਿੰਦੇ ਵਿੱਚੋਂ ਬੇਸਿਕਲੀ ਬਾਅਦ ਦੇ ਵਿੱਚ ਸਾਡੇ ਕੋਲੇ ਬਹੁਤ ਮਕਬੂਲ ਤੇ ਜਿਹੜੇ ਬਹੁਤ ਹੀ ਹਰਮਨ ਪਿਆਰਾ ਨੇਤਾ ਪੰਜਾਬ ਦਾ ਸਰਦਾਰ ਅਜੀਤ ਸਿੰਘ ਨਿਕਲ ਕੇ ਸਾਹਮਣੇ ਆਉਂਦਾ। ਤਾਂ ਉੱਥੇ ਫਿਰ ਉਸ ਮੂਵਮੈਂਟ ਦੇ ਦੌਰਾਨ ਲਾਲਾ ਬਾਂਕੇ ਦਿਆਲ ਜਿਹੜੇ ਕਿ ਝੰਗ ਸਿਆਲ ਨਾਮ ਦੇ ਅਖਬਾਰ ਦੇ ਐਡੀਟਰ ਨੇ, ਉਹ 5 ਮਾਰਚ 1907 ਨੂੰ ਆਪਣੀ ਇੱਕ ਕਵਿਤਾ ਪੜ੍ਹਦੇ ਨੇ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਜ਼ਾਲਮਾਂ ਨੇ ਲੁੱਟ ਲਿਆ ਅੱਜ ਤੇਰਾ ਮਾਲ। ਤਾਂ ਉਹ ਬੜਾ ਗੀਤ ਬੜਾ ਮਕਬੂਲ ਹੁੰਦਾ ਹੈ ਔਰ ਉਹ ਲਹਿਰ ਹੀ ਪਗੜੀ ਸੰਭਾਲ ਜੱਟਾ ਦੇ ਨਾਂ ਦੇ ਨਾਲ ਜਿਹੜੀ ਆ ਪਾਪੂਲਰ ਹੁੰਦੀ ਹੈ। ਔਰ ਇੰਨੀ ਕੁ ਪਾਪੂਲਰ ਹੁੰਦੀ ਹੈ ਕਿ ਅੰਗਰੇਜ਼ਾਂ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਸਿਚੁਏਸ਼ਨ ਨੂੰ ਕੰਟਰੋਲ ਕਰਨਾ। ਔਰ ਸਰਦਾਰ ਅਜੀਤ ਸਿੰਘ ਹੋਰਾਂ ਨੂੰ ਜਿਹੜਾ ਜਲਾਵਤਨੀ ਵੀ ਹੁੰਦੀ ਹੈ। ਔਰ ਸਾਰਾ ਕੁਝ ਕਰਨ ਤੋਂ ਬਾਅਦ ਇਹ ਮੂਵਮੈਂਟ ਇੱਕ ਤਰੀਕੇ ਦੇ ਨਾਲ ਕਿਉਂਕਿ ਇਹ ਮੂਵਮੈਂਟ ਕੋਇਨਸਾਈਡ ਕਰਦੀ ਹੈ ਗਦਰ ਦੇ 50 ਸਾਲਾਂ ਦੇ ਨਾਲ, ਤੋ ਇਸ ਕਰਕੇ ਜਿਹੜਾ ਇਹ ਪਗੜੀ ਸੰਭਾਲ ਜੱਟਾ ਗੀਤ ਹੈ ਜਾਂ ਅੰਦੋਲਨ ਹੈ ਉਹ ਉਸ ਵੇਲੇ ਦੀ ਸਥਾਪਤੀ ਨੂੰ ਪੂਰੀ ਤਰ੍ਹਾਂ ਚੈਲੰਜ ਕਰਕੇ ਰੱਖ ਦਿੰਦਾ। ਹਿੰਦੁਸਤਾਨ ਇਨ ਜਨਰਲ ਔਰ ਪੰਜਾਬ ਵੀ ਉਸ ਵੇਲੇ ਕਈ ਧਰਾਤਲਾਂ ਦੇ ਉੱਪਰ ਜਿਹੜੀ ਇੱਕ ਕਿਸਮ ਦੀ ਲੜਾਈ ਲੜ ਰਿਹਾ ਸੀ। ਇੱਕ ਲੜਾਈ ਸੀ ਬਸਤੀਵਾਦੀ ਸ਼ਾਸਨ ਦੇ ਖਿਲਾਫ, ਇੱਕ ਲੜਾਈ ਸੀ ਭੁੱਖਮਰੀ ਦੇ ਖਿਲਾਫ, ਵੱਧਦੇ ਹੋਏ ਕਰਜ਼ੇ ਦੇ ਖਿਲਾਫ, ਕਿਸਾਨੀ ਦੇ ਕਰਜ਼ੇ ਵਿੱਚ ਡੁੱਬਣ ਤੇ ਜ਼ਮੀਨਾਂ ਖੁੱਸਣ ਉਹਦੇ ਖਿਲਾਫ ਲੜਾਈ। ਤਾਂ ਇਹ ਸਾਰੀਆਂ ਲੜਾਈਆਂ ਤਕਰੀਬਨ ਪੈਰਲਲ ਜਿਹੜਾ ਹੈ ਉਹ ਲੜੀਆਂ ਜਾ ਰਹੀਆਂ ਨੇ, ਜਾਂ ਇਹ ਇੱਕ ਮਲਟੀਫੇਸੇਟਡ ਜਿਹੜੀ ਫਾਈਟ ਹੈ ਉਹ ਪੰਜਾਬ ਦੇ ਬਸ਼ਿੰਦੇ, ਹਿੰਦੁਸਤਾਨ ਦੇ ਬਸ਼ਿੰਦੇ ਜਿਹੜੇ ਆ ਉਹ ਲੜ ਰਹੇ ਨੇ। ਤਾਂ ਇੱਥੇ ਪੰਜਾਬੀਅਤ ਦੀ ਗੱਲ ਕਰਨੀ ਕਿਉਂ ਜ਼ਰੂਰੀ ਹੈ? ਕਿਉਂਕਿ ਕਲੋਨੀਅਲ ਐਪਰੇਟਸ ਜਿਹੜਾ ਹੈ, ਕਲੋਨੀਅਲ ਮਸ਼ੀਨਰੀ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੰਡਦੀ ਹੈ, ਧਰਮ ਦੇ ਆਧਾਰ 'ਤੇ, ਨਾ ਜਾਤ ਦੇ ਆਧਾਰ 'ਤੇ ਜਾਂ ਹੋਰ ਤਰੀਕਿਆਂ ਦੇ ਨਾਲ। ਤਾਂ ਉੱਥੇ ਫਿਰ ਜਿਹੜਾ ਪੰਜਾਬੀ ਕਵੀ ਹੈ ਉਹ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਕਿਉਂਕਿ ਜਿਹੜਾ ਬਸਤੀਵਾਦੀ ਜਾਂ ਸ਼ਾਸਨ ਦੇ ਖਿਲਾਫ ਜਾਂ ਇੰਪੀਰੀਅਲਿਜ਼ਮ ਦੇ ਖਿਲਾਫ ਲੜਾਈ ਸਿਰਫ ਪੋਲੀਟੀਕਲ ਜਾਂ ਮਿਲਟਰੀ ਨਹੀਂ ਹੁੰਦੀ, ਉਹ ਇੰਟੈਲੈਕਚੁਅਲ ਲੜਾਈ ਵੀ ਹੁੰਦੀ ਆ। ਔਰ ਉਹ ਇੰਟੈਲੈਕਚੁਅਲ ਲੜਾਈ ਕਲੋਨੀਅਲਿਜ਼ਮ ਨੂੰ ਰੈਜ਼ਿਸਟੈਂਸ ਦੇਣ ਦੇ ਨਾਲ ਇੱਕ ਖਾਸ ਕਿਸਮ ਦਾ ਜਿਹੜਾ ਹੈ ਪ੍ਰੀ ਕਲੋਨੀਅਲ ਪੀਰੀਅਡ ਦੇ ਵਿੱਚ ਵਾਪਸ ਜਾਣਾ ਜਿਹੜਾ ਕਵੀ ਹੈ ਉਹ ਵਾਜਬ ਸਮਝਦਾ, ਜਿੱਥੇ ਉਹ ਸਾਂਝੀ ਵਿਰਾਸਤ ਦੀ ਗੱਲ ਕਰਦਾ, ਜਿੱਥੇ ਉਹ ਸਾਂਝੇ ਵਿਰਸੇ ਦੀ ਗੱਲ ਕਰਦਾ ਹੈ, ਉਹਨਾਂ ਕਦਰਾਂ ਕੀਮਤਾਂ ਦੀ ਗੱਲ ਕਰਦਾ। ਤਾਂ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਗੀਤ ਇੱਦਾਂ ਦੇ ਮਿਲਦੇ ਨੇ। ਜਦੋਂ ਤਕਰੀਬਨ ਜਲਿਆਂਵਾਲਾ ਬਾਗ ਦਾ ਹੱਤਿਆਕਾਂਡ ਵਾਪਰਦਾ ਤਾਂ ਉਸ ਤੋਂ ਬਾਅਦ ਤਾਂ ਖਾਸ ਤੌਰ 'ਤੇ ਜਿਹੜੀ ਸੰਪਰਦਾਇਕ ਏਕਤਾ ਹੈ ਉਹਦੇ ਦਿਸ਼ਾ ਦੇ ਵਿੱਚ, ਜਿਹਦੇ ਵਿੱਚ ਬਾਬੂ ਫਿਰੋਜ਼ਦੀਨ ਸ਼ਰਫ ਤੇ ਵਿਧਾਤਾ ਸਿੰਘ ਤੀਰ ਵਰਗੇ ਕਵੀ ਨੇ, ਉਹ ਰਲਿਆ ਖੂਨ ਹਿੰਦੂ ਮੁਸਲਮਾਨ ਇੱਥੇ ਵਰਗੀਆਂ ਕਵਿਤਾਵਾਂ ਲਿਖਦੇ ਨੇ। ਅਤੇ ਇਸੇ ਦੌਰ ਦੇ ਵਿੱਚ ਧਨੀ ਰਾਮ ਚਾਤਰਿਕ ਜਿਹੜਾ ਹੈ ਉਹਦੀ ਇੱਕ ਕਵਿਤਾ ਵੀ ਜਿਹੜੀ ਹੈ ਉਹ ਆਉਂਦੀ ਹੈ, ਏਕੇ ਦੀ ਬਰਕਤ। ਕਾਨੂੰ ਹੀਰਿਓ ਪਾਠ ਦੇ ਤਿੜਕ ਦਿਓ, ਏਕੇ ਜਈ ਰਸਿਆਣ ਤਾਂ
ਕੋਈ ਵੀ ਨਹੀਂ। तो ਏਕੇ ਦੀ ਗੱਲ ਕੀਤੀ ਜਾਂਦੀ ਹੈ, ਸਾਂਝੇ ਵਿਰਸੇ ਦੀ ਗੱਲ ਕੀਤੀ ਜਾਂਦੀ ਹੈ। ਔਰ ਮੈਂ ਫਿਰ ਇਸ ਗੱਲ ਨੂੰ ਦੁਹਰਾਉਣਾ ਕਿ ਬਹੁਤ ਸਾਰੇ ਕਵੀ ਚਾਹੇ ਉਹਨਾਂ ਦਾ ਸਿੱਧਾ ਸੰਬੰਧ ਕਿਸਾਨੀ ਨਾਲ ਨਾ ਹੋਵੇ, ਪਰ ਉਹਨਾਂ ਦੀ ਕਿਸਾਨੀ ਦੇ ਨਾਲ ਹਮੇਸ਼ਾ ਹਮਾਇਤ ਜਿਹੜੀ ਆ ਉਹ ਜ਼ਰੂਰ ਕਵੀਆਂ ਦੀ, ਗੀਤਕਾਰਾਂ ਦੀ, ਲੇਖਕਾਂ ਦੀ ਉਹ ਬਣਦੀ ਹੈ। ਔਰ ਧਨੀ ਰਾਮ ਚਾਤਰਿਕ ਵੀ ਇਸੇ ਤਰੀਕੇ ਦੇ ਨਾਲ ਕਿਸਾਨ ਦੀ ਜਿਹੜੀ ਹੈ ਉਹ ਗਰੀਬ ਕਿਸਾਨ ਦੀ ਜਿਹੜੀ ਆ ਉਹ ਗੱਲ ਕਰਦੇ ਨੇ। ਬਹੁਤ ਖੂਬਸੂਰਤ ਕਵਿਤਾ ਹੈ ਉਹ ਗਰੀਬ ਕਿਸਾਨ ਨਾਂ ਦੀ। ਜੇ ਗੱਲ ਕਰੀਏ ਆਜ਼ਾਦੀ ਤੋਂ ਬਾਅਦ ਦੀ, ਤਾਂ ਪੰਜਾਬ ਵਿੱਚ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਕਵੀਆਂ ਜਾਂ ਗੀਤਕਾਰਾਂ ਨੇ ਕਿਸਾਨੀ 'ਚੋਂ ਪੈਦਾ ਹੋਏ ਸੰਕਟ ਦਾ ਵਿਰੋਧ ਆਪਣੀ ਕਲਮ ਨਾਲ ਡਟ ਕੇ ਕੀਤਾ। ਇਹਨਾਂ ਵਿੱਚੋਂ ਮੁੱਖ ਤੌਰ 'ਤੇ ਅਵਤਾਰ ਪਾਸ਼ ਅਤੇ ਸੰਤ ਰਾਮ ਉਦਾਸੀ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਸਾਡੇ ਕੋਲ ਖੱਬੇ ਪੱਖੀ ਕਵੀਆਂ ਦੀ ਇੱਕ ਲੰਬੀ ਚੌੜੀ ਲਿਸਟ ਬਣ ਜਾਂਦੀ ਹੈ, ਜਿਹਦੇ ਵਿੱਚੋਂ ਮੈਨੂੰ ਦੋ ਜਿਹੜੇ ਬੜੇ ਸਿਰਮੌਰ ਲੱਗਦਾ ਹੈ ਕਿ ਇਸ ਡਾਇਰੈਕਸ਼ਨ ਤੋਂ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਥੋੜ੍ਹਾ ਜਿਹਾ। ਪਾਸ਼ ਤਾਂ ਪਿਓਰਲੀ ਜਿਹੜਾ ਰੈਵੋਲੂਸ਼ਨਰੀ ਪੋਇਟ ਹੈ ਜਾਂ ਉਸ ਤਰੀਕੇ ਦੇ ਨਾਲ, ਔਰ ਦੂਜਾ ਮੈਨੂੰ ਨਾਮ ਜਿਹੜਾ ਹੈ ਇਹਦੇ ਵਿੱਚ ਦੇਖਦਾ ਉਹ ਸੰਤ ਰਾਮ ਉਦਾਸੀ ਦਾ। ਤਾਂ ਪਾਸ਼ ਕਿਉਂਕਿ ਜਿਹੜਾ ਵਰਕਿੰਗ ਕਲਾਸਿਸ ਦੀ ਵੀ ਗੱਲ ਕਰਦਾ ਹੈ, ਪੀਜ਼ੈਂਟਰੀ ਦੀ ਵੀ ਗੱਲ ਕਰਦਾ ਹੈ, ਕਿਸਾਨੀ ਦੀ ਗੱਲ ਕਰਦਾ ਹੈ, ਉਹਨਾਂ ਦੇ ਹੱਕ ਹਕੂਕ ਦੀ ਗੱਲ ਕਰਦਾ ਹੈ, ਅਤੇ ਵਿਦਰੋਹ ਜਿਹੜਾ ਉਹ ਜਿਹਨੂੰ ਕਹੀਏ ਕਿ ਕੁੱਟ ਕੇ ਭਰਿਆ ਹੋਇਆ ਉਹ ਜਨਰਲ ਸੈਂਸ ਦੇ ਵਿੱਚ ਵੀ ਆ। ਔਰ ਜਦੋਂ ਉਹ ਕਿਸਾਨੀ ਦੀ ਹਾਲਾਤ ਦੇ ਉਹਦੇ ਹਾਲਾਤਾਂ ਦੀ ਗੱਲ ਕਰਦਾ ਅਤੇ ਉੱਥੇ ਵੀ ਜਿੱਦਾਂ ਉਹ ਕਹਿੰਦਾ ਹੈ ਕਿ ਜੋ ਵੀ ਨਾਮ ਹੈ ਇਸ ਗੁੰਡਿਆਂ ਦੀ ਸਲਤਨਤ ਦਾ, ਮੈਂ ਇਸ ਦਾ ਨਾਗਰਿਕ ਹੋਣ 'ਤੇ ਥੁੱਕਦਾ ਹਾਂ। ਤਾਂ ਇਹ ਏਡਾ ਵੱਡਾ ਚੈਲੰਜ ਜਿਹੜਾ ਹੈ ਜਾਂ ਏਡੀ ਵੱਡੀ ਗੱਲ ਕਹਿਣੀ ਉਹ ਕਿਸੇ ਬਗਾਵਤ ਤੋਂ ਘੱਟ ਨਹੀਂ ਆ, ਉਹ ਕਿਸੇ ਵਿਦਰੋਹ ਤੋਂ ਜਾਂ ਨਾਬਰੀ ਤੋਂ ਜਿਹੜੀ ਹੈ ਉਹ ਘੱਟ ਨਹੀਂ ਹੈ। ਜਦੋਂ ਪਾਸ਼ ਕਿਸਾਨੀ ਦੀ ਗੱਲ ਕਰਦਾ ਹੈ, ਕਿਸਾਨ ਦੇ ਹੱਕਾਂ ਦੀ ਗੱਲ ਕਰਦਾ ਹੈ, ਤਾਂ ਉਹਦੀ ਬੜੀ ਇੱਕ ਮਸ਼ਹੂਰ ਕਵਿਤਾ ਕਿ ਅਸੀਂ ਲੜਾਂਗੇ ਸਾਥੀ। ਤਾਂ ਮੈਂ ਉਹਦੇ 'ਚੋਂ ਜਿਹੜੀ ਇੱਕ ਗੱਲ ਉਹ ਜਦੋਂ ਕਿਸਾਨ ਦੇ ਨਾਲ ਸੰਬੰਧਿਤ ਗੱਲ ਕਰਦਾ ਤੇ ਉਹ ਕਹਿੰਦਾ ਕਿ ਅਸੀਂ ਲੜਾਂਗੇ ਸਾਥੀ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ। ਤਾਂ ਉਹ ਕਿਸਾਨੀ ਦੇ ਹੱਕਾਂ ਦੀ ਗੱਲ ਕਰਦਾ ਕਿ ਉਹ ਸੂਖਮ ਸੁੱਖ ਜਿਹੜਾ ਖੇਤੀ ਕਰਨ ਵਾਲੇ ਨੂੰ ਨਹੀਂ ਮਿਲਦਾ, ਜਦੋਂ ਤੱਕ ਉਹਨੂੰ ਉਹਦੀ ਜਿਣਸ ਦਾ ਸਹੀ ਮੁੱਲ ਨਹੀਂ ਮਿਲਦਾ, ਜਦੋਂ ਤੱਕ ਉਹਦੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ, ਤਾਂ ਉਦੋਂ ਤੱਕ ਇਹ ਲੜਾਈ ਜਿਹੜੀ ਆ ਉਹ ਜਾਰੀ ਰਹੇਗਾ। ਅਤੇ ਇਹਦਾ ਮਤਲਬ ਉਹ ਡਾਇਰੈਕਟਲੀ ਜਿਹੜਾ ਕਿਸਾਨੀ ਦੇ ਹਿੱਤਾਂ ਦੀ ਉਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਗੱਲ ਕਰਦਾ। ਫਿਰ ਇਸੇ ਤਰੀਕੇ ਦੇ ਨਾਲ ਉਹ ਭਾਰਤ ਜਿਹੜਾ ਉਹਦੀ ਗੱਲ ਕਰਦਾ ਵੀ ਭਾਰਤ ਕੀ ਹੈ ਜਾਂ ਦੇਸ਼ ਕੀ ਹੈ। ਤਾਂ ਉਹ ਕਹਿੰਦਾ ਭਾਰਤ ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਜਿੱਥੇ ਕਿਤੇ ਵੀ ਵਰਤਿਆ ਜਾਵੇ, ਇਸ ਦੇ ਭਾਵ ਖੇਤਾਂ ਦੇ ਉਹਨਾਂ ਪੁੱਤਰਾਂ ਤੋਂ ਹਨ ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ ਵਕਤ ਮਿਣਦੇ ਹਨ। ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ, ਸਗੋਂ ਖੇਤਾਂ ਵਿੱਚ ਦਾਇਰ ਹਨ ਜਿੱਥੇ ਅੰਨ ਉਗਦਾ ਹੈ, ਜਿੱਥੇ ਸੰਨਾਂ ਲੱਗਦੀਆਂ ਹਨ। ਮਤਲਬ ਉਹ ਕਿਸਾਨੀ ਦੀ ਹੋਣ ਵਾਲੀ ਲੁੱਟ ਖਸੁੱਟ ਨੂੰ ਵੀ ਜਿਹੜਾ ਉਹ ਹੈ ਉਹ ਬਿਆਨ ਕਰਦਾ। ਸੋ ਇਸੇ ਤਰੀਕੇ ਦੇ ਨਾਲ ਸੰਤ ਰਾਮ ਉਦਾਸੀ ਦੀਆਂ ਜਿਹੜੀਆਂ ਹੈ ਮੈਂ ਦੋ ਤਿੰਨ ਕਵਿਤਾਵਾਂ ਬੜੀਆਂ ਮੈਨੂੰ ਜਿਹੜੀ ਸਭ ਤੋਂ ਖੂਬਸੂਰਤ ਲੱਗਦੀ ਹੈ ਉਹ ਹੈ ਜੱਟ ਤੇ ਸੀਰੀ ਦੀ ਜਿਹੜੀ ਉਹ ਗੱਲ ਕਰਦਾ, ਉਹਨਾਂ ਦੀ ਸਾਂਝ ਪਿਆਲੀ ਦੀ ਗੱਲ ਕਰਦਾ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਤਾਂ ਇਹ ਜਿਹੜੀ ਕਲੀਅਰਲੀ ਜਿਹੜੀ ਪੰਜਾਬ ਦੀ ਕਿਸਾਨੀ ਤੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਸਾਡੀ ਪਾਪੂਲੇਸ਼ਨ ਦਾ ਵੱਡਾ ਹਿੱਸਾ ਜਿਹੜਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜਾ ਖੇਤੀ ਦੇ ਨਾਲ ਜੁੜਿਆ, ਕਿਸਾਨ ਦੀ ਲੁੱਟ ਖਸੁੱਟ ਅਤੇ ਕਿਸਾਨੀ ਦੀ ਜਿਹੜੀ ਹੈ ਉਹ ਲੁੱਟ ਖਸੁੱਟ, ਉਹਨਾਂ ਦੋਵਾਂ ਦੀ ਗੱਲ ਕਰਦਾ। ਜਿੱਦਾਂ ਕਿਉਂਕਿ ਇਹ ਜਦੋਂ ਆਪਾਂ ਕੈਪੀਟਲਿਸਟ ਸਿਸਟਮ ਦੀ ਗੱਲ ਕਰਦੇ ਹਾਂ ਅਤੇ ਕੈਪੀਟਲਿਸਟ ਸਿਸਟਮ ਕਿੱਦਾਂ ਪੈਨੀਟ੍ਰੇਟ ਕਰਦਾ ਔਰ ਫਿਰ ਕੈਪੀਟਲਿਸਟ ਸਿਸਟਮ ਕਿੱਦਾਂ ਕਿਸਾਨ ਨੂੰ ਜਿਹੜਾ ਹੈ, ਕਿਉਂਕਿ ਬਹੁਤ ਮਹਾਨ ਇਤਿਹਾਸਕਾਰ ਹੈ ਐਰਿਕ ਹੌਬਸਬਨ, ਅਤੇ ਉਹ ਜਦੋਂ ਇਸ ਪੂਰੇ ਦੌਰ ਦੀ 19ਵੀਂ ਸਦੀ ਦੀ ਗੱਲ ਕਰਦਾ ਅਤੇ ਉਹ ਕਹਿੰਦਾ ਵੀ 19ਵੀਂ ਸਦੀ ਦੀ ਸਭ ਤੋਂ ਵੱਡੀ ਘਟਨਾ ਸੀ ਕਿਸਾਨੀ ਦੀ ਮੌਤ, ਡੈਥ ਆਫ ਪੀਜ਼ੈਂਟਰੀ। ਤੋਂ ਜਦੋਂ ਵੀ ਕੈਪੀਟਲਿਸਟ ਸਿਸਟਮ ਐਗਰੀਕਲਚਰਲ ਡੋਮੇਨ ਦੇ ਵਿੱਚ ਐਂਟਰ ਕਰੇਗਾ ਅਤੇ ਕਿਸਾਨੀ ਦੀ ਮੌਤ ਹੋਣੀ ਲਾਜ਼ਮੀ ਹੈ। ਕਿਸਾਨ ਦਾ ਮਰਨਾ ਅਤੇ ਕਿਸਾਨ ਦੇ ਨਾਲ ਜੁੜਿਆ ਉਹਦਾ ਵਰਕਰ, ਉਹਦੀਆਂ ਬਾਕੀ ਜਿਹੜੀਆਂ ਡਿਪੈਂਡੈਂਟ ਕਾਸਟ ਗਰੁੱਪਸ ਨੇ ਉਹਨਾਂ ਦੀ ਮੌਤ ਹੋਣੀ ਜਿਹੜੀ ਆ ਜਾਂ ਉਹਨਾਂ ਦਾ ਲੁੱਟ ਖਸੁੱਟ ਜਿਹੜੀ ਆ ਉਹ ਲਾਜ਼ਮੀ। ਔਰ ਸੰਤ ਰਾਮ ਉਦਾਸੀ ਇੱਥੇ ਗੱਲ ਕਰਦਾ ਕਿ ਸਾਡੇ ਪਿੰਡ ਵਿੱਚ ਤੇਰੇ ਗੱਲ ਚੀਥੜੇ ਨਹੀਂ, ਮੇਰੀਏ ਜਵਾਨ ਕਣਕੇ, ਕੱਲ ਸ਼ਾਹਾਂ ਦੇ ਗੋਦਾਮ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ, ਉਹ ਮੇਰੇ ਬੇਜ਼ੁਬਾਨ ਢੱਗਿਆ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਤੇ ਬੋਲਾਂ ਵਿੱਚੋਂ ਨੀਰ ਵਗਿਆ। ਤਾਂ ਇਹ ਜਿਹੜੀ ਸਾਰੀ ਦੀ ਸਾਰੀ ਖੱਬੇ ਪੱਖੀ ਪੋਇਟਰੀ ਹੈ, ਆਪਾਂ ਨੂੰ ਇਸ ਕਿਸਮ ਦਾ ਜਿਹੜਾ ਹੈ ਬਿਰਤਾਂਤ ਉਹਦੇ ਵਿੱਚੋਂ ਨਜ਼ਰ ਆਉਂਦਾ। ਹੁਣ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਅਸੀਂ ਫੇਸਬੁੱਕ ਜਾਂ WhatsApp ਤੇ ਅਕਸਰ ਹੀ ਵੇਖਿਆ ਹੋਵੇਗਾ ਕਿ ਮੁਜ਼ਾਹਰਿਆਂ 'ਚ ਸ਼ਮੂਲੀਅਤ ਕਰਨ ਵਾਲੇ ਕਿਸਾਨ, ਖਾਸ ਕਰਕੇ ਨੌਜਵਾਨ ਕਿਸਾਨਾਂ ਦੀ ਵੀਡੀਓ ਦੀ ਬੈਕਗਰਾਊਂਡ ਵਿੱਚ ਕੋਈ ਨਾ ਕੋਈ ਵਿਦਰੋਹ ਵਾਲਾ ਗੀਤ ਵੱਜ ਰਿਹਾ ਹੁੰਦਾ ਹੈ। ਪ੍ਰੋਫੈਸਰ ਜਸਬੀਰ ਸਿੰਘ ਤੋਂ ਅਸੀਂ ਅੱਜ ਦੇ ਵਿਦਰੋਹ ਵਾਲੇ ਗੀਤਾਂ ਅਤੇ ਆਜ਼ਾਦੀ ਤੋਂ ਪਹਿਲਾਂ ਵਾਲੇ ਵਿਦਰੋਹ ਵਾਲੇ ਗੀਤਾਂ ਵਿੱਚ ਸਮਾਨਤਾ ਜਾਂ ਅੰਤਰ ਬਾਰੇ ਵੀ ਪੁੱਛਿਆ। ਵਿਦਰੋਹ ਦੇ ਗੀਤ ਜਾਂ ਵਿਦਰੋਹ ਦੀ ਕਵਿਤਾ, ਉਹਦੀ ਭਾਵਨਾ ਤਕਰੀਬਨ ਬਰਾਬਰ ਰਹਿੰਦੀ ਹੈ, ਤਕਰੀਬਨ ਉਹਦੇ ਵਿੱਚ ਸਮਾਨਤਾ ਨਜ਼ਰ ਆਉਂਦੀ ਹੈ। ਸਮੇਂ ਦੇ ਅਨੁਕੂਲ ਬੋਲੀ ਬਦਲਦੀ ਹੈ, ਸਮੇਂ ਦੇ ਅਨੁਕੂਲ ਸਾਹਿਤ ਬਦਲਦਾ ਹੈ, ਤਾਂ ਉਹ ਬਦਲਾਵ ਜਿਹੜਾ ਕਿਤੇ ਨਾ ਕਿਤੇ ਗੀਤਾਂ, ਕਵਿਤਾਵਾਂ ਜਾਂ ਲਿਟਰੇਚਰ ਦੇ ਵਿੱਚ ਵੀ ਨਜ਼ਰ ਆਉਣਾ ਲਾਜ਼ਮੀ ਹੋ ਜਾਂਦਾ ਹੈ। ਪਰ ਜੇ ਆਪਾਂ ਇਹ ਗੱਲ ਦੇਖੀਏ ਕਿ ਜਿਹੜੇ ਹੁਣ ਕੰਟੈਂਪਰੇਰੀ ਪੀਰੀਅਡ ਦੇ ਵਿੱਚ ਮੌਜੂਦਾ ਜਿਹੜਾ ਕਿਸਾਨੀ ਦਾ ਸੰਕਟ ਹੈ, ਉਹਦੇ ਵਿੱਚ ਇਹ ਕਿੱਦਾਂ ਦੇ ਗੀਤ ਨਜ਼ਰ ਆ ਰਹੇ ਨੇ ਜਾਂ ਉਹਨਾਂ ਗੀਤਾਂ ਨੂੰ ਆਪਾਂ ਕਿਸ ਨਜ਼ਰ ਤੋਂ ਦੇਖਦੇ ਹਾਂ, ਤਾਂ ਮੈਨੂੰ ਲੱਗਦਾ ਕਿ ਤਕਰੀਬਨ ਜਿਹੜਾ ਹੈ ਇਹ ਗੀਤ ਵੀ ਉਸੇ ਦਿਸ਼ਾ ਦੇ ਵਿੱਚ ਕੰਮ ਕਰ ਰਹੇ ਨੇ ਕਿ ਇੱਕ ਤਾਂ ਇਹ ਲੱਗਦਾ ਕਈ ਵਾਰੀ ਆਪਾਂ ਨੂੰ ਕਿ ਇਹ ਇੱਕ ਕੰਟੈਂਪਰੇਰੀ ਸਿਚੁਏਸ਼ਨ ਨੂੰ ਰਿਸਪੌਂਡ ਕਰ ਰਹੇ ਨੇ। ਜਦੋਂ ਇੱਦਾਂ ਦੇ ਹਾਲਾਤ ਬਣੇ ਤੇ ਬਹੁਤ ਸਾਰੇ ਲੇਖਕ, ਬਹੁਤ ਸਾਰੇ ਗਾਇਕ ਤੇ ਗੀਤਕਾਰ ਜਿਹੜਾ ਇਸ ਘੋਲ ਦੇ ਵਿੱਚ ਸਾਹਮਣੇ ਆ ਰਹੇ ਨੇ, ਉਹਨੂੰ ਕੋਈ ਜ਼ਿਆਦਾ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਦੀ ਜ਼ਰੂਰਤ ਨਹੀਂ ਹੈ। ਮੈਨੂੰ ਲੱਗਦਾ ਕਿ ਉਹ ਆਪਣਾ ਬਣਦਾ ਰੋਲ ਜਿਹੜਾ ਹੈ ਉਹ ਅਦਾ ਕਰ ਰਹੇ ਨੇ, ਬਣਦਾ ਫਰਜ਼ ਅਦਾ ਕਰ ਰਹੇ ਨੇ। ਹਾਲਾਂਕਿ ਜਿਹੜਾ ਚੁੱਪ ਰਹਿਣਾ ਵੀ ਇੱਕ ਖਾਸ ਕਿਸਮ ਦੀ ਸਟ੍ਰੈਟਜੀ ਹੁੰਦੀ, ਔਰ ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਬਹੁਤ ਸਾਰੇ ਵੱਡੇ ਨਾਮੀ ਜਿਹੜੇ ਗਾਇਕ ਤੇ ਗੀਤਕਾਰ ਨੇ ਉਹ ਅਜੇ ਵੀ ਇਸ ਸੰਕਟ ਦੇ ਸੰਬੰਧ ਦੇ ਵਿੱਚ ਚੁੱਪ ਨੇ, ਪਰ ਜਿਹੜੇ ਬੋਲ ਰਹੇ ਨੇ, ਲਗਾਤਾਰ ਬੋਲ ਰਹੇ ਨੇ, ਉਹ ਤਕਰੀਬਨ ਕਿਸਾਨੀ ਦੇ ਦਰਦ ਦੀ ਗੱਲ ਕਰ ਰਹੇ ਨੇ, ਤਕਰੀਬਨ ਕਿਸਾਨੀ ਦੇ ਦਰਦ ਚੋਂ ਸੰਭਾਵਿਤ ਇੱਕ ਨਾਬਰੀ ਜਿਹੜੀ ਨਿਕਲ ਸਕਦੀ ਹੈ ਉਹਦੀ ਗੱਲ ਕਰ ਰਹੇ ਨੇ, ਅਗਾਹ ਵੀ ਕਰ ਰਹੇ ਨੇ, ਸਰਕਾਰਾਂ ਨੂੰ ਇੱਕ ਕਿਸਮ ਦੀ ਵਾਰਨਿੰਗ ਵੀ ਦੇ ਰਹੇ ਨੇ, ਕਿਸਾਨਾਂ ਦੇ ਦੁੱਖੜੇ ਵੀ ਸਾਨੂੰ ਦੱਸ ਰਹੇ ਨੇ, ਔਰ ਉਹ ਉਹਨਾਂ ਦੇ ਇਸ ਪੂਰੇ ਘੋਲ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ। ਔਰ ਦੂਜੀ ਗੱਲ ਮੈਂ ਇਹ ਵੀ ਦੇਖਦਾ ਕਿ ਇਹ ਕੁਛ ਗੀਤਕਾਰ ਜਾਂ ਗਾਇਕ ਜਾਂ ਲੇਖਕ ਲਗਾਤਾਰ ਇਸ ਸਿਚੁਏਸ਼ਨ ਨੂੰ, ਕਿਸਾਨੀ ਦੇ ਸੰਕਟ ਨੂੰ, ਕਿਸਾਨੀ ਦੀ ਦਸ਼ਾ ਨੂੰ ਲਗਾਤਾਰ ਲਿਖਦੇ ਆ ਰਹੇ ਨੇ। ਨਾਵਲਾਂ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬੀ ਨਾਵਲਾਂ ਦੇ ਵਿੱਚ ਰਾਮ ਸਰੂਪ ਅਨਖੀ ਦੇ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ, ਕਰਮਜੀਤ ਕੁੱਸਾ ਦੇ ਨਾਵਲ, ਇਹ ਸਾਰੇ ਦੇ ਸਾਰੇ ਨਾਵਲ ਜਿਹੜੇ ਨੇ ਕਿਸਾਨੀ ਦੀ ਜਿਹੜੀ ਦਸ਼ਾ ਹੈ, ਉਹਦਾ ਜਿਹੜਾ ਸੰਕਟ ਹੈ, ਉਹਨੂੰ ਲਗਾਤਾਰ ਲਿਖਦੇ ਆ ਰਹੇ ਨੇ ਆਪਣੇ ਨਾਵਲਾਂ ਦੇ ਵਿੱਚ। ਤੇ ਇਸੇ ਤਰੀਕਾ ਇਹਦੇ ਨਾਲ ਹੀ ਬਹੁਤ ਸਾਰੇ ਇਹ, ਕਿਉਂਕਿ ਹੁਣ ਆਪਾਂ ਨੂੰ ਲੱਗ ਰਿਹਾ ਤਕਰੀਬਨ 7-8 ਸਾਲ ਪਹਿਲਾਂ ਕਰਮਜੀਤ ਅਨਮੋਲ ਦਾ ਇੱਕ ਬੜਾ ਮਕਬੂਲ ਗੀਤ ਆਇਆ ਸੀਗਾ, ਕੋਈ ਲੈ ਸਕਦਾ ਤਾਂ ਲੈ ਲਓ ਵੀ ਮੇਰਾ ਸਾਰਾ ਪਿੰਡ ਵਿਕਾਊ ਹੈ। ਤੇ ਜਿਹੜੀ ਕਿਸਾਨੀ ਦਾ ਕਰਜ਼ਦਾਰੀ ਹੈ, ਪੇਂਡੂ ਕਰਜ਼ਦਾਰੀ ਹੈ, ਰੂਰਲ ਇੰਡੈਟਨੈਸ ਹੈ, ਉਹਨੂੰ ਬਿਆਨ ਕਰਦਾ। ਰਾਜ ਕਾਕੜਾ ਹੈ, ਰਣਜੀਤ ਬਾਵਾ ਹੈ, ਈਵਨ ਬੀਰ ਸਿੰਘ ਹੈ। ਸੋ ਬਹੁਤ ਸਾਰੇ ਇਹ ਜਿਹੜੇ ਨੇ ਵਿਦਰੋਹ ਦੇ ਜਾਂ ਕਿਸਾਨੀ ਦੇ ਸੰਕਟ ਦੇ ਨਾਲ ਸੰਬੰਧਿਤ ਗੀਤ, ਈਵਨ ਵਾਰਸ ਬ੍ਰਦਰਸ ਦਾ ਬਹੁਤ ਅੱਛਾ ਗੀਤ ਇਹਨਾਂ ਆਰਡੀਨੈਂਸ ਨੂੰ ਲੈ ਕੇ ਜਿਹੜਾ ਹੈ ਉਹ ਆਇਆ। ਤਾਂ ਮੈਨੂੰ ਲੱਗਦਾ ਕਿ ਉਹ ਆਪਣਾ ਬਣਦਾ ਰੋਲ ਅਦਾ ਕਰ ਰਹੇ। ਤੇ ਜਿਹੜੀ ਰੈਜ਼ਿਸਟੈਂਸ ਲਿਟਰੇਚਰ ਦੇ ਵਿੱਚ, ਗੀਤਾਂ ਦੇ ਵਿੱਚ, ਕਵਿਤਾਵਾਂ ਦੇ ਵਿੱਚ ਨਜ਼ਰ ਆਉਣੀ ਚਾਹੀਦੀ ਆ। ਅਦਰਵਾਈਜ਼ ਤਾਂ ਲੇਖਕ ਕੋਲੇ ਵੀ ਆਪਸ਼ਨ ਹੈ, ਗੀਤਕਾਰ ਕੋਲੇ ਵੀ ਆਪਸ਼ਨ ਹੈ ਕਿ ਪ੍ਰੋ ਐਸਟੈਬਲਿਸ਼ਮੈਂਟ ਹੋ ਜਾਵੇ, ਜਾਂ ਜੇ ਪ੍ਰੋ ਐਸਟੈਬਲਿਸ਼ਮੈਂਟ ਨਹੀਂ ਹੋਣਾ ਤਾਂ ਉਹ ਘੱਟੋ ਘੱਟ ਚੁੱਪ ਕਰਕੇ ਬੈਠ ਸਕਦਾ। ਪਰ ਜਿਹੜੇ ਇਹ ਬੋਲ ਰਹੇ ਨੇ, ਤਾਂ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਉਸ ਇਤਿਹਾਸ ਨੂੰ ਜਿਹੜਾ 100-1.25 ਸਾਲ ਪਹਿਲਾਂ ਜਿਹੜਾ ਵਾਪਰਿਆ ਸੀ, ਉਹਨੂੰ ਕਿਤੇ ਨਾ ਕਿਤੇ ਦੁਹਰਾ ਰਹੇ ਨੇ। ਉਹ ਵੱਖਰੀ ਗੱਲ ਹੈ ਕਿ ਵੱਖਰੇ ਜਿਹੜਾ ਪਲੇਟਫਾਰਮ ਦੇ ਉੱਪਰ, ਵੱਖਰੇ ਪੈਡੈਸਟਲ ਦੇ ਉੱਪਰ ਉਹਨੂੰ ਗੱਲ ਕਰ ਰਹੇ ਨੇ।